छेवें पातशाह ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੰਗਤਾਂ ਨੂੰ ਪ੍ਰਤੀ ਦਿਨ ਦਰਸ਼ਨ ਦੇ ਕੇ ਬਚਨ ਵਿਲਾਸ ਕਰਕੇ ਤੇ ਕਥਾ ਕੀਰਤਨ ਰਾਹੀਂ ਨਿਹਾਲ ਕਰਦੇ ਸਨ। ਦੂਰੋਂ ਦੂਰੋਂ ਆ ਕੇ ਸੰਗਤਾਂ ਕਥਾ ਕੀਰਤਨ ਵਿੱਚ ਹਾਜ਼ਰੀ ਭਰਦੀਆਂ ਸਨ ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਦੀਆਂ ਸਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਦੇਖ ਰੇਖ ਵਿੱਚ ਸਿੰਘ ਸੂਰਮੇ ਤਲਵਾਰਾਂ ਦੀ ਧਾਰ ਪਰਖਣ ਵਿੱਚ ਰੁੱਝ ਜਾਂਦੇ ਸਨ। ਕਿਸੇ ਅੱਗੇ ਨੀਵਾਂ ਹੋਣਾ ਉਹ ਨਹੀਂ ਸਨ ਜਾਣਦੇ। ਧਰਮ ਯੁੱਧ ਦੀ ਲੜਾਈ ਵਿੱਚ ਸ਼ਹੀਦ ਹੋਣਾ ਉਹ ਆਪਣੀ ਸ਼ਾਨ ਸਮਝਦੇ ਸਨ। ਬਾਬਾ ਗੁਰਦਿੱਤਾ ਜੀ ਜੋ ਛੇਵੇਂ ਪਾਤਸ਼ਾਹ ਜੀ ਦੇ ਸਪੁੱਤਰ ਸਨ ਤੇ ਕੀਰਤਪੁਰ ਸਾਹਿਬ ਵਿੱਚ ਰਹਿੰਦੇ ਸਨ, ਉਹਨਾਂ ਦੀ ਪਤਨੀ ਮਾਤਾ ਰਾਜ ਕੌਰ ਜੀ ਦੀ ਕੁੱਖੋਂ ਸਤਵੇਂ ਪਾਤਸ਼ਾਹ ਸ਼੍ਰੀ ਹਰਿ ਰਾਏ ਜੀ ਨੇ ਅਵਤਾਰ ਧਾਰਿਆ। ਸ਼੍ਰੀ ਕੀਰਤਪੁਰ ਸਾਹਿਬ ਵਿੱਚ ਗੁਰੂ ਘਰ ਖੁਸ਼ੀਆਂ ਮਨਾਈਆਂ ਜਾ ਰਹੀਆਂ ਸਨ ਤੇ ਇੱਕ ਸਿੱਖ ਨੂੰ ਸ਼੍ਰੀ ਅੰਮ੍ਰਿਤਸਰ ਸਾਹਿਬ ਇਹ ਖੁਸ਼ੀ ਭਰਿਆ ਸੁਨੇਹਾ ਦੇ ਕੇ ਭੇਜਿਆ ਗਿਆ ਸੀ। ਸ਼੍ਰੀ ਕੀਰਤਪੁਰ ਸਾਹਿਬ ਤੋਂ ਸਿੱਖ ਸੁਨੇਹਾ ਲੈ ਕੇ ਸ਼੍ਰੀ ਅੰਮ੍ਰਿਤਸਰ ਸਾਹਿਬ ਪਹੁੰਚ ਗਿਆ। ਬਾਬਾ ਗੁਰਦਿੱਤਾ ਜੀ ਦੇ ਘਰ ਬਾਲਕ ਹਰਿ ਰਾਏ ਜੀ ਨੇ ਅਵਤਾਰ ਧਾਰਿਆ ਹੈ। ਜਦੋਂ ਇਸ ਗੱਲ ਦਾ ਛੇਵੇਂ ਪਾਤਸ਼ਾਹ ਨੂੰ ਪਤਾ ਲੱਗਾ ਤਾਂ ਛੇਵੇਂ ਪਾਤਸ਼ਾਹ ਜੀ ਆਨੰਦ ਤੇ ਖੁਸ਼ੀ ਨਾਲ ਭਰ ਗਏ। ਸੰਗਤ ਨੂੰ ਜਦ ਪਤਾ ਲੱਗਾ ਤਾਂ ਸਾਰੀ ਸੰਗਤ ਛੇਵੇਂ ਪਾਤਸ਼ਾਹ ਨੂੰ ਵਧਾਈ ਦੇਣ ਵਾਸਤੇ ਆਈ। ਸੰਗਤਾਂ ਦੀਆਂ ਵਧਾਈਆਂ ਸਤਿਗੁਰਾਂ ਨੇ ਖੁਸ਼ੀ-ਖੁਸ਼ੀ ਸਵੀਕਾਰ ਕੀਤੀਆਂ। ਸ਼੍ਰੀ ਹਰਗੋਬਿੰਦ ਪਾਤਸ਼ਾਹ ਜੀ ਨੇ ਖੁਸ਼ੀ ਵਿੱਚ ਸਾਰੀ ਸੰਗਤ ਨੂੰ ਬਚਨ ਕਰਦਿਆਂ ਆਖਿਆ, ਸਾਧ ਸੰਗਤ ਜੀ, ਅੱਜ ਬਹੁਤ ਖੁਸ਼ੀ ਦਾ ਦਿਨ ਹੈ। ਪੋਤਰਾ ਪ੍ਰਗਟ ਹੋਇਆ ਹੈ। ਪੋਤਰਾ ਭਾਗਾਂ ਵਾਲਿਆਂ ਨੂੰ ਨਸੀਬ ਹੁੰਦਾ ਹੈ। ਗੁਰੂ ਘਰ ਵਿੱਚ ਸਾਰੀ ਸਾਧ ਸੰਗਤ ਖੁਸ਼ੀਆਂ ਮਨਾਵੇ। ਲੱਡੂ ਅਤੇ ਗੁੜ ਵੰਡਿਆ ਜਾਵੇ। ਹਲਵਾਈ ਨੇ ਲੱਡੂ ਤਿਆਰ ਕੀਤੇ। ਸਾਰੀ ਸੰਗਤ ਨੂੰ ਪਰਾਤਾਂ ਭਰ ਭਰ ਕੇ ਲੱਡੂ ਵੰਡੇ ਗਏ ਤੇ ਗੁੜ ਵੰਡਿਆ ਗਿਆ। ਇਸ ਤਰ੍ਹਾਂ ਸਾਰੀ ਸੰਗਤ ਬਾਲ ਹਰਿ ਰਾਏ ਜੀ ਨੂੰ ਅਸੀਸਾਂ ਦੇ ਰਹੀ ਸੀ। ਸ਼੍ਰੀ ਗੁਰੂ ਹਰਗੋਬਿੰਦ ਜੀ ਨੇ ਪੋਤਰੇ ਦਾ ਨੂਰਾਨੀ ਮੁਖੜਾ ਦੇਖਣ ਲਈ ਸ਼੍ਰੀ ਕੀਰਤਪੁਰ ਸਾਹਿਬ ਜਾਣ ਦਾ ਫੈਸਲਾ ਕੀਤਾ ਤੇ ਸ਼੍ਰੀ ਕੀਰਤਪੁਰ ਸਾਹਿਬ ਨੂੰ ਚਾਲੇ ਪਾ ਦਿੱਤੇ। ਕੀਰਤਪੁਰ ਸਾਹਿਬ ਦੀਆਂ ਸੰਗਤਾਂ ਵੀ ਸਤਿਗੁਰਾਂ ਦੇ ਦਰਸ਼ਨਾਂ ਦੀ ਉਡੀਕ ਕਰ ਰਹੀਆਂ ਸਨ। ਛੇਵੇਂ ਪਾਤਸ਼ਾਹ ਜਦ ਕੀਰਤਪੁਰ ਸਾਹਿਬ ਪਹੁੰਚੇ ਤਾਂ ਸੰਗਤਾਂ ਹੁੰਮ ਆ ਕੇ ਉਹਨਾਂ ਦੇ ਦਰਸ਼ਨ ਕਰਨ ਆਈਆਂ। ਗੁਰੂ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ। ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਨਿਹਾਲ ਹੋ ਰਹੀਆਂ ਸਨ, ਨਾਲੇ ਪੋਤਰੇ ਦੇ ਜਨਮ ਦੀਆਂ ਵਧਾਈਆਂ ਦੇ ਰਹੀਆਂ ਸਨ। ਸਭ ਦੇ ਚਿਹਰੇ ਖਿੜੇ ਹੋਏ ਸਨ। ਸਤਿਗੁਰਾਂ ਦੇ ਬੈਠਣ ਵਾਸਤੇ ਤਖਤ ਪੋਸ਼ ਡਾਇਆ ਗਿਆ, ਉੱਤੇ ਆਸਣ ਵਿਛਾਇਆ ਗਿਆ। ਜਿਉਂ ਹੀ ਛੇਵੇਂ ਪਾਤਸ਼ਾਹ ਆਸਣ ਤੇ ਬੈਠੇ, ਉਹਨਾਂ ਦੇ ਪੋਤਰੇ ਬਾਲਕ ਹਰਿ ਰਾਏ ਜੀ ਨੂੰ ਲਿਆ ਕੇ ਉਹਨਾਂ ਦੀ ਗੋਦੀ ਵਿੱਚ ਪਾਇਆ ਗਿਆ। ਮਹਾਰਾਜ ਜੀ ਪੋਤਰੇ ਦਾ ਨੂਰਾਨੀ ਮੁਖੜਾ ਦੇਖ ਕੇ ਬਹੁਤ ਖੁਸ਼ ਹੋਏ ਤੇ ਬਹੁਤ ਪਿਆਰ ਦਿੱਤਾ। ਖੁਸ਼ੀ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਸਤਿਗੁਰੂ ਪਾਤਸ਼ਾਹ ਬਾਬੇ ਨਾਨਕ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ, ਜਿਨ੍ਹਾਂ ਨੇ ਇਸ ਵੇਲ ਨੂੰ ਵਧਾਇਆ ਹੈ। ਛੇਵੇਂ ਪਾਤਸ਼ਾਹ ਜਿਉਂ-ਜਿਉਂ ਬਾਲਕ ਹਰਿ ਰਾਏ ਜੀ ਨੂੰ ਤੱਕਦੇ ਜਾਂਦੇ, ਤਿਉਂ-ਤਿਉਂ ਬਖਸ਼ਿਸ਼ਾਂ ਭਰੇ ਬਚਨ ਕਰੀ ਜਾਂਦੇ ਸਨ। ਸਭ ਤੋਂ ਅਮੋਲਕ ਵਸਤੂ ਪ੍ਰਾਪਤ ਕਰਨ ਦਾ ਵਾਰਸ ਆ ਗਿਆ ਹੈ, ਜੋ ਕਿ ਇਸ ਗੁਰਗੱਦੀ ਦਾ ਵਾਰਸ ਹੈ। ਛੇਵੇਂ ਪਾਤਸ਼ਾਹ ਨੇ ਬਾਲਕ ਹਰਿ ਰਾਏ ਜੀ ਦੇ ਸਿਰ ਤੇ ਹੱਥ ਧਰਿਆ ਤੇ ਅਸੀਸਾਂ ਦੇ ਕੇ ਮਹਿਲਾਂ ਵਿੱਚ ਵਾਪਸ ਭੇਜ ਦਿੱਤਾ। ਸਤਿਗੁਰਾਂ ਦੇ ਸਪੁੱਤਰ ਬਾਬਾ ਗੁਰਦਿੱਤਾ ਜੀ ਨੇ ਵੀ ਆ ਕੇ ਚਰਨਾਂ ਤੇ ਮੱਥਾ ਟੇਕਿਆ। ਬਾਬਾ ਗੁਰਦਿੱਤਾ ਜੀ ਨੂੰ ਆਸ਼ੀਰਵਾਦ ਦਿੰਦਿਆਂ ਬਚਨ ਕੀਤਾ, ਬਾਲਕ ਹਰਿ ਰਾਏ ਜੀ ਸਾਡਾ ਪੋਤਰਾ ਬਹੁਤ ਭਾਗਾਂ ਵਾਲਾ ਹੈ। ਬਾਬੇ ਗੁਰਦਿੱਤਾ ਜੀ ਦੇ ਘਰ ਤਪਸਵੀ ਪੁੱਤਰ ਨੇ ਜਨਮ ਲਿਆ ਹੈ। ਧੰਨ ਬਾਲਕ ਹਰਿ ਰਾਏ ਜੀ ਦੀ ਮਾਤਾ ਰਾਜ ਕੌਰ ਜੀ ਹਨ, ਜਿਨ੍ਹਾਂ ਦੀ ਕੁੱਖੋਂ ਬਾਲਕ ਨੇ ਅਵਤਾਰ ਧਾਰਿਆ ਹੈ। ਫਿਰ ਸਤਿਗੁਰਾਂ ਨੇ ਬਖਸ਼ਿਸ਼ ਕਰਦੇ ਹੋਏ ਬਚਨ ਕੀਤਾ, ਇਹ ਬਾਲਕ ਗੁਰੂ ਘਰ ਦੀ ਸੰਗਤ ਦੀ ਅਗਵਾਈ ਕਰੇਗਾ ਤੇ ਕਥਾ ਕੀਰਤਨ ਤੇ ਲੰਗਰ ਪੰਗਤ ਦਾ ਪ੍ਰਵਾਹ ਚਲਾਏਗਾ। ਬਾਲਾ ਪ੍ਰੀਤਮ ਹਰਿ ਰਾਏ ਜੀ ਦੇ ਮੁਖੜੇ ਦਾ ਨੂਰ ਡਲਕਾ ਮਾਰ ਰਿਹਾ ਸੀ। ਉਹਨਾਂ ਦਾ ਤੇਜ ਝੱਲਿਆ ਨਹੀਂ ਸੀ ਜਾਂਦਾ। ਸਾਰੀ ਸੰਗਤ ਇੰਜ ਕਹਿ ਰਹੀ ਸੀ ਕਿ ਐਸਾ ਪ੍ਰਤਾਪੀ ਬਾਲਕ ਪਹਿਲਾਂ ਕਦੇ ਨਹੀਂ ਸੀ ਦੇਖਿਆ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ 2 ਮਹੀਨੇ ਸ਼੍ਰੀ ਕੀਰਤਪੁਰ ਸਾਹਿਬ ਰਹੇ। ਇਸ ਸਮੇਂ ਦੂਰੋਂ ਦੂਰੋਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰਦੀਆਂ ਤੇ ਨਾਲ-ਨਾਲ ਬਾਲਕ ਹਰਿ ਰਾਏ ਜੀ ਦੇ ਪ੍ਰਗਟ ਹੋਣ ਦੀਆਂ ਵਧਾਈਆਂ ਦਿੰਦੀਆਂ ਸਨ।
ਖੁਸ਼ੀ ਦੇ ਸ਼ਬਦ ਪੜ੍ਹੇ ਜਾ ਰਹੇ ਸਨ। ਸਤਿਗੁਰਾਂ ਨੇ ਹੀ ਬਾਲਕ ਦਾ ਪਵਿੱਤਰ ਨਾਮ ਹਰ ਰਾਏ ਜੀ ਰੱਖਿਆ ਸੀ। ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ, ਬਾਲਕ ਹਰ ਰਾਏ ਜੀ ਪ੍ਰਗਟ ਹੋ ਕੇ ਧਰਤੀ ਦਾ ਭਾਰ ਹੌਲਾ ਕਰਨ ਲਈ ਆਏ ਹਨ। ਜਦੋਂ ਬਾਲਾ ਪ੍ਰੀਤਮ ਹਰ ਰਾਏ ਜੀ ਥੋੜੇ ਵੱਡੇ ਹੋਏ ਤਾਂ ਸ੍ਰੀ ਗੁਰੂ ਹਰਗੋਬਿੰਦ ਜੀ ਉਂਗਲੀ ਲਾ ਕੇ ਆਪਣੇ ਨਾਲ ਤੋਰਨ ਲੱਗ ਪਏ। ਬਾਲ ਹਰ ਰਾਏ ਜੀ ਛੇਵੇਂ ਪਾਤਸ਼ਾਹ ਜੀ ਨੂੰ ਬਹੁਤ ਪਿਆਰੇ ਸਨ। ਹਮੇਸ਼ਾ ਬਾਲਕ ਹਰ ਰਾਏ ਜੀ ਨੂੰ ਆਪਣੇ ਨਾਲ ਹੀ ਰੱਖਦੇ ਸਨ। ਉਹਨਾਂ ਦੀ ਹਰ ਦੇਖਭਾਲ, ਵਿੱਦਿਆ, ਸ਼ਸਤਰ ਸਿਖਲਾਈ ਦੀ ਜ਼ਿੰਮੇਵਾਰੀ ਆਪ ਹੀ ਸੰਭਾਲਦੇ ਸਨ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਾਲਾ ਪ੍ਰੀਤਮ ਹਰ ਰਾਏ ਜੀ ਇਸ ਕਦਰ ਪਿਆਰੇ ਸਨ ਕਿ ਦੀਵਾਨ ਵਿੱਚ ਵੀ ਆਪਣੇ ਨਾਲ ਹੀ ਬਿਠਾਉਂਦੇ ਸਨ। ਰਾਤ ਸੌਣ ਵੇਲੇ ਵੀ ਆਪਣੇ ਕੋਲ ਮੰਜਾ ਢਹਾ ਲੈਂਦੇ ਤੇ ਆਪਣੇ ਕਮਰੇ ਵਿੱਚ ਹੀ ਸੁਲਾਉਂਦੇ। ਸ੍ਰੀ ਗੁਰੂ ਹਰਗੋਬਿੰਦ ਜੀ ਬਾਲਾ ਪ੍ਰੀਤਮ ਹਰ ਰਾਏ ਜੀ ਨੂੰ ਆਪਣੇ ਸਾਹਮਣੇ ਬਿਠਾ ਕੇ ਲੰਗਰ ਛਕਾਉਂਦੇ ਸਨ। ਕੱਪੜਿਆਂ ਦੀ ਚੋਣ ਵੀ ਆਪ ਕਰਦੇ ਸਨ। ਬਾਲਕ ਹਰ ਰਾਏ ਜੀ ਦੀ ਹਰ ਨਿੱਕੀ ਨਿੱਕੀ ਗੱਲ ਦਾ ਧਿਆਨ ਗੁਰੂ ਜੀ ਆਪ ਰੱਖਦੇ ਸਨ। ਸਾਰੀ ਸੰਗਤ ਇੰਜ ਕਹਿੰਦੀ ਸੀ ਕਿ ਬਾਲ ਹਰ ਰਾਏ ਜੀ ਨੂੰ ਗੁਰਗੱਦੀ ਲਈ ਤਿਆਰ ਕੀਤਾ ਜਾ ਰਿਹਾ ਹੈ। ਗੁਰਗੱਦੀ ਦੇ ਵਾਰਸ ਅਸਲ ਵਿੱਚ ਬਾਲਾ ਪ੍ਰੀਤਮ ਹਰ ਰਾਏ ਜੀ ਹੀ ਹਨ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਾਲਾ ਪ੍ਰੀਤਮ ਹਰ ਰਾਏ ਜੀ ਦੀਆਂ ਬਾਲ ਲੀਲਾਵਾਂ ਦੇਖ ਕੇ ਬੜੇ ਪ੍ਰਸੰਨ ਹੁੰਦੇ ਸਨ। ਛੇਵੇਂ ਪਾਤਸ਼ਾਹ ਜੀ ਦਾ ਬਾਲ ਹਰ ਰਾਏ ਜੀ ਨਾਲ ਇਸ ਕਦਰ ਪਿਆਰ ਸੀ ਕਿ ਜਦੋਂ ਦੀਵਾਨ ਵਿੱਚ ਕਥਾ ਕਰਦੇ ਤਾਂ ਉਪਮਾ ਬਾਲ ਹਰ ਰਾਏ ਜੀ ਦਾ ਨਾਂ ਲੈ ਕੇ ਕਰਦੇ ਸਨ। ਫਿਰ ਕਈ ਵਾਰੀ ਬਚਨ ਕਰਦੇ ਕਰਦੇ ਕਹਿੰਦੇ, ਜੇ ਕਿਸੇ ਨੇ ਭਗਤੀ, ਸਰੂਪ, ਵੈਰਾਗ, ਤਪੱਸਿਆ ਅਤੇ ਸਾਧਨਾ ਸਿੱਖਣੀ ਹੋਵੇ ਤਾਂ ਬਾਲਕ ਹਰ ਰਾਏ ਜੀ ਤੋਂ ਸਿੱਖੇ। ਬਾਲਾ ਪ੍ਰੀਤਮ ਇਹਨਾਂ ਸਾਰੇ ਰੱਬੀ ਗੁਣਾਂ ਨਾਲ ਭਰਪੂਰ ਸਨ। ਉਹਨਾਂ ਨੇ ਬਹੁਤ ਜਲਦੀ ਕੀਰਤਨ ਕਰਨ ਵਿੱਚ ਵੀ ਮੁਹਾਰਤ ਹਾਸਲ ਕਰ ਲਈ ਸੀ। ਬਾਲ ਹਰ ਰਾਏ ਜੀ ਦਾ ਧਿਆਨ ਹਮੇਸ਼ਾ ਛੇਵੇਂ ਪਾਤਸ਼ਾਹ ਦੇ ਚਰਨਾਂ ਵਿੱਚ ਰਹਿੰਦਾ ਸੀ। ਧਿਆਨ ਗੁਰੂ ਚਰਨਾਂ ਵਿੱਚ ਟਿਕਿਆ ਰਹੇ, ਇਸ ਤੋਂ ਵੱਧ ਉਹਨਾਂ ਨੂੰ ਹੋਰ ਕੋਈ ਇੱਛਾ ਨਹੀਂ ਸੀ। ਜਦੋਂ ਕੁਝ ਸਮਾਂ ਬੀਤਿਆ, ਬਾਲਕ ਹਰ ਰਾਏ ਜੀ ਥੋੜੇ ਵੱਡੇ ਹੋਏ। ਬਸੰਤ ਦਾ ਮੌਸਮ ਸੀ। ਚਾਰੇ ਪਾਸੇ ਫੁੱਲਾਂ ਦੀ ਬਹਾਰ ਖਿੜੀ ਹੋਈ ਸੀ। ਖੇਤਾਂ ਵਿੱਚ ਸਰੋਂ ਦੇ ਫੁੱਲ ਖਿੜੇ ਹੋਏ ਸਨ। ਹੋਲੀ ਦਾ ਤਿਉਹਾਰ ਵੀ ਨੇੜੇ ਸੀ। ਇਸ ਚੰਗੇ ਮੌਸਮ ਵਿੱਚ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਹੁਕਮਨਾਮੇ ਭੇਜ ਕੇ ਇੱਕ ਮਿੱਥੇ ਦਿਨ ਕੀਰਤਪੁਰ ਸਾਹਿਬ ਪਹੁੰਚਣ ਲਈ ਸੰਗਤਾਂ ਨੂੰ ਸੱਦਿਆ ਸੀ। ਸੰਗਤ ਮਿੱਥੇ ਦਿਨ ਹੁੰਮ ਹੁਮਾ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚੀ। ਦੀਵਾਨ ਵਿੱਚ ਸੰਗਤ ਦਾ ਠਾਠਾ ਮਾਰਦਾ ਇਕੱਠ ਸੀ। ਰਾਗੀ ਜਥਿਆਂ ਨੇ ਵੀ ਰਸ ਭਿੰਨਾ ਕੀਰਤਨ ਕੀਤਾ। ਢਾਡੀਆਂ ਨੇ ਵਾਰਾਂ ਗਾਇਨ ਕਰਕੇ ਸੰਗਤ ਵਿੱਚ ਵੀਰਤਾ ਰਸ ਭਰ ਦਿੱਤਾ ਸੀ। ਜਦ ਦੀਵਾਨ ਦੀ ਸਮਾਪਤੀ ਹੋਈ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੰਗਤ ਵਿੱਚ ਬੈਠੇ ਬਾਲਾ ਪ੍ਰੀਤਮ ਹਰ ਰਾਏ ਜੀ ਨੂੰ ਬਾਂਹ ਤੋਂ ਫੜ ਕੇ ਉਠਾਇਆ। ਸਤਿਗੁਰਾਂ ਨੇ ਆਖਿਆ, ਸਾਹਿਬਜ਼ਾਦੇ ਉਠੋ ਤੇ ਗੁਰਗੱਦੀ ਦੇ ਤਖਤ ਤੇ ਜਾ ਕੇ ਬਿਰਾਜੋ। ਤੁਹਾਡਾ ਸਥਾਨ ਹੁਣ ਗੁਰ ਤਖਤ ਹੈ। ਬਾਲਾ ਪ੍ਰੀਤਮ ਹਰ ਰਾਏ ਜੀ ਉੱਠੇ ਤੇ ਤਖਤ ਤੇ ਜਾ ਕੇ ਬਿਰਾਜੇ। ਉਹਨਾਂ ਦੀ ਛਵੀ ਝੱਲੀ ਨਹੀਂ ਸੀ ਜਾਂਦੀ। ਬੇਸ਼ੱਕ ਉਮਰ ਅਜੇ ਬਹੁਤ ਛੋਟੀ ਸੀ, ਪਰ ਨੂਰਾਨੀ ਚਿਹਰੇ ਦਾ ਜਲੋ ਜਲਾਲ ਬੇਅੰਤ ਸੀ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਅੱਗੇ 5 ਪੈਸੇ ਨਾਰੀਅਲ ਰੱਖ ਕੇ ਮੱਥਾ ਟੇਕ ਦਿੱਤਾ ਤੇ ਪਰਿਕਰਮਾ ਕੀਤੀਆਂ। ਭਾਈ ਭਾਨਾ ਜੀ ਨੇ ਗੁਰਿਆਈ ਦਾ ਤਿਲਕ ਲਗਾਇਆ। ਉਸ ਸਮੇਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਆਖਿਆ, ਸਾਧ ਸੰਗਤ ਜੀ, ਹਰ ਰਾਏ ਜੀ ਅੱਜ ਤੋਂ ਤੁਹਾਡੇ ਗੁਰੂ ਹਨ। ਬਾਲਕ ਹਰ ਰਾਏ ਜੀ ਅੱਜ ਤੋਂ ਸ੍ਰੀ ਗੁਰੂ ਹਰ ਰਾਏ ਜੀ ਬਣ ਗਏ ਹਨ। ਇਸ ਮਹਾਨ ਖੁਸ਼ੀ ਦੇ ਸਮੇਂ ਸਾਰੀ ਸੰਗਤ ਵਾਰੀ-ਵਾਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਮੱਥਾ ਟੇਕੇ। ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਾਰੇ ਪਰਿਵਾਰ ਸਮੇਤ ਸਾਰੀ ਸੰਗਤ ਨੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੂੰ ਮੱਥਾ ਟੇਕਿਆ ਤੇ ਬਹੁਤ ਹੀ ਖੁਸ਼ੀ ਮਨਾਈ। ਕੁਝ ਦਿਨ ਬਾਅਦ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀਰਤਨ ਸੁਣਨ ਤੋਂ ਬਾਅਦ ਜੋਤੀ ਜੋਤ ਸਮਾ ਗਏ। ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਨੇ ਆਪਣੇ ਹੱਥੀਂ ਛੇਵੇਂ ਪਾਤਸ਼ਾਹ ਜੀ ਦਾ ਸੰਸਕਾਰ ਕੀਤਾ। ਗੁਰਗੱਦੀ ਤੇ ਬਿਰਾਜਮਾਨ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸੰਗਤਾਂ ਦੂਰੋਂ ਦੂਰੋਂ ਹੁੰਮ ਹੁਮਾ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚ ਰਹੀਆਂ ਸਨ। ਅੰਤਰਜਾਮੀ ਘਟ ਘਟ ਦੇ ਜਾਣਨਹਾਰ ਸਤਿਗੁਰੂ ਹਰ ਰਾਏ ਜੀ ਬੇਸ਼ੱਕ ਆਪਣੀ ਅਜੇ ਬਾਲ ਅਵਸਥਾ ਵਿੱਚ ਸਨ, ਪਰ ਉਹਨਾਂ ਦੇ ਚਿਹਰੇ ਦਾ ਜਲਾਲ ਝੱਲਿਆ ਨਹੀਂ ਸੀ ਜਾਂਦਾ। ਗੁਰੂ ਸਾਹਿਬਾਂ ਦੇ ਬਸਤਰ ਸ਼ਾਹਾਨਾ ਸਨ।
ਸ਼੍ਰੀ ਗੁਰੂ ਨਾਨਕ ਦੇਵ ਜੀ ਦੀ 7ਵੀਂ ਜੋਤ ਗੁਰੂ ਹਰਿਰਾਏ ਜੀ ਰੂਹਾਨੀਅਤ ਦੇ ਭੰਡਾਰ ਸਨ। ਸਤਿਗੁਰੂ ਪਾਤਸ਼ਾਹ ਜੀ ਦਾ ਨਿਤਨੇਮ ਹਰ ਰੋਜ਼ ਪੱਕਾ ਸੀ। ਸਵਾ ਪਹਿਰ ਰਹਿੰਦੀ ਰਾਤ ਨੂੰ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਉੱਠ ਜਾਂਦੇ ਸਨ। ਬਿਸਤਰੇ ਇਕੱਠੇ ਕਰ ਦਿੱਤੇ ਜਾਂਦੇ ਸਨ। ਸ਼੍ਰੀ ਕੀਰਤਪੁਰ ਸਾਹਿਬ ਦੇ ਬਿਲਕੁਲ ਲਾਗੇ ਸਤਲੁਜ ਦਰਿਆ ਵਹਿੰਦਾ ਸੀ। ਪਾਣੀ ਦੀ ਕੋਈ ਘਾਟ ਨਹੀਂ ਸੀ। ਸਤਿਗੁਰੂ ਪਾਤਸ਼ਾਹ ਜੀ ਨੂੰ ਇਸ਼ਨਾਨ ਕਰਵਾਉਣ ਲਈ ਸਿੱਖ ਗਾਗਰਾਂ ਭਰ ਭਰ ਕੇ ਦਰਿਆ ਵਿੱਚੋਂ ਲੈ ਕੇ ਆਉਂਦੇ ਸਨ। ਕਈ ਵਾਰੀ 100 ਗਾਗਰ ਪਾਣੀ ਦੀ ਸਿੱਖ ਭਰ ਕੇ ਲਿਆਉਂਦੇ ਸਨ। 7ਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਖੁੱਲ੍ਹੇ ਪਾਣੀ ਵਿੱਚ ਇਸ਼ਨਾਨ ਕਰਦੇ ਸਨ। ਜੇ ਕਦੀ ਮੌਜ ਆਉਂਦੀ ਤਾਂ ਆਪ ਦਰਿਆ ਵਿੱਚ ਇਸ਼ਨਾਨ ਕਰਨ ਵਾਸਤੇ ਚਲੇ ਜਾਂਦੇ ਸਨ। ਇਸ਼ਨਾਨ ਕਰਨ ਤੋਂ ਬਾਅਦ ਸਤਿਗੁਰੂ ਜੀ ਬਸਤਰ ਪਹਿਨ ਕੇ ਚੌਂਕੜਾ ਮਾਰ ਕੇ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋ ਜਾਂਦੇ ਸਨ। ਕਦੇ ਸ਼ਬਦ ਉਚਾਰਨ ਕਰਦੇ ਤਾਂ ਕਦੇ ਸ਼ਬਦ ਦੀ ਤੁਕ ਪੜ੍ਹਦੇ ਉਸੇ ਵਿੱਚ ਲੀਨ ਹੋ ਜਾਂਦੇ ਸਨ। ਕਈ ਚਿਰ ਉਹਨਾਂ ਦੀ ਸਮਾਧੀ ਨਹੀਂ ਸੀ ਖੁੱਲ੍ਹਦੀ। ਜਦੋਂ ਦਿਨ ਚੜ੍ਹਦਾ ਤਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਸ਼ਾਹੀ ਬਸਤਰ ਪਹਿਨ ਕੇ ਸੰਗਤ ਵਿੱਚ ਆ ਕੇ ਬਿਰਾਜਦੇ ਸਨ। ਦੀਵਾਨ ਸਜਾਇਆ ਜਾਂਦਾ ਸੀ। ਰਾਗੀ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਦੇ ਸਨ। ਕੀਰਤਨ ਦਾ ਭੋਗ ਪੈਣ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਮਹਾਵਾਕ ਲਿਆ ਜਾਂਦਾ ਸੀ। ਸਤਿਗੁਰੂ ਜੀ ਕੁਝ ਚਿਰ ਪਾਠ ਸੁਣਦੇ। ਪਾਠ ਦੀ ਸਮਾਪਤੀ ਤੋਂ ਬਾਅਦ ਰਬਾਬੀ ਆਸਾ ਦੀ ਵਾਰ ਦਾ ਕੀਰਤਨ ਕਰਦੇ ਤੇ ਸਾਰੀ ਸੰਗਤ ਕੀਰਤਨ ਸੁਣਨ ਵਿੱਚ ਮਗਨ ਹੋ ਜਾਂਦੀ। ਰਬਾਬੀਆਂ ਦੇ ਕੀਰਤਨ ਦੀ ਸਮਾਪਤੀ ਤੋਂ ਬਾਅਦ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਜੋਟੀਆਂ ਦਾ ਸ਼ਬਦ ਜ਼ਰੂਰ ਪੜ੍ਹਦੇ। ਅੱਗੇ ਆਪ ਪੜ੍ਹਦੇ ਤੇ ਪਿੱਛੇ ਸੰਗਤ ਪੜ੍ਹਦੀ। ਇੱਕ ਅਕਹਿ ਆਨੰਦ ਵਾਪਰ ਜਾਂਦਾ। ਆਖਰ ਵਿੱਚ ਆਰਤੀ ਦਾ ਸ਼ਬਦ ਗਗਨ ਮੈਂ ਥਾਲ, ਇਸ ਦਾ ਇੱਕ ਹੀ ਸ਼ਬਦ ਪੜ੍ਹ ਕੇ ਭੋਗ ਪਾਇਆ ਜਾਂਦਾ ਸੀ। ਫਿਰ ਖੜੇ ਹੋ ਕੇ ਅਰਦਾਸ ਕੀਤੀ ਜਾਂਦੀ ਸੀ। ਖੜੇ ਹੋ ਕੇ ਅਰਦਾਸ ਕਰਨ ਦੀ ਮਰਿਆਦਾ 7ਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ ਨੇ ਹੀ ਸ਼ੁਰੂ ਕੀਤੀ ਸੀ। ਫਿਰ ਇਹ ਮਰਿਆਦਾ ਪੱਕੇ ਤੌਰ ਤੇ ਕਾਇਮ ਹੋ ਗਈ। ਅਰਦਾਸ ਤੋਂ ਬਾਅਦ ਸਾਰੀ ਸੰਗਤ ਲੰਗਰ ਵਿੱਚ ਪਹੁੰਚ ਜਾਂਦੀ ਸੀ। ਰਿਸ਼ੀਆਂ ਮੁਨੀਆਂ ਵਰਗਾ ਸਤਿਕਾਰ ਕਰਦੇ ਹੋਏ ਸਭ ਤੋਂ ਪਹਿਲਾਂ ਸੰਗਤ ਨੂੰ ਲੰਗਰ ਛਕਾਇਆ ਜਾਂਦਾ ਸੀ। 7ਵੇਂ ਪਾਤਸ਼ਾਹ ਬਹੁਤ ਵਾਰੀ ਆਪ ਲੰਗਰ ਵਰਤਾਉਂਦੇ ਸਨ। ਸਤਿਗੁਰੂ ਪਾਤਸ਼ਾਹ ਹਰਿਰਾਏ ਜੀ ਸੰਗਤਾਂ ਨੂੰ ਲੰਗਰ ਛਕਾ ਕੇ ਬਹੁਤ ਪ੍ਰਸੰਨ ਹੁੰਦੇ ਤੇ ਆਪ ਸਾਰਿਆਂ ਤੋਂ ਪਿੱਛੋਂ ਲੰਗਰ ਛਕਦੇ ਸਨ। ਨਿਤਨੇਮ ਤੋਂ ਬਾਅਦ ਸਤਿਗੁਰੂ ਜੀ ਕੁਝ ਚਿਰ ਆਰਾਮ ਕਰਦੇ ਸਨ ਤੇ ਕੁਝ ਸਿੱਖਾਂ ਨਾਲ ਸ਼ਿਕਾਰ ਨੂੰ ਚਲੇ ਜਾਂਦੇ ਸਨ। ਸ਼ਾਮ ਨੂੰ ਦੀਵਾਨ ਵਿੱਚ ਗੁਰੂ ਘਰ ਦੀ ਕਥਾ ਹੁੰਦੀ ਸੀ। 7ਵੇਂ ਪਾਤਸ਼ਾਹ ਆਪ ਕਥਾ ਕਰਦੇ ਸਨ। ਵਿਦਵਾਨ ਕਥਾਵਾਚਕ ਵੀ ਗੁਰੂ ਘਰ ਦੀਆਂ ਸਾਖੀਆਂ ਤੇ ਵਿਚਾਰਾਂ ਸੰਗਤਾਂ ਨੂੰ ਸਰਵਣ ਕਰਵਾਉਂਦੇ ਸਨ। ਇਸ ਤਰ੍ਹਾਂ ਸ਼੍ਰੀ ਕੀਰਤਪੁਰ ਸਾਹਿਬ ਵਿਦਵਾਨਾਂ ਦਾ ਗੜ੍ਹ ਬਣ ਗਿਆ ਸੀ। ਅੰਮ੍ਰਿਤ ਕੀਰਤਨ ਦੀ ਵਰਖਾ ਹੁੰਦੀ ਸੀ। ਹਰ ਰੋਜ਼ ਕੀਰਤਨ ਦਰਬਾਰ ਸਜਦਾ ਸੀ। ਨਿੱਤ ਦੇ ਵਿਹਾਰ ਵਿੱਚ ਸਤਿਗੁਰੂ ਹਰਿਰਾਏ ਜੀ ਹਰ ਰੋਜ਼ ਫੁੱਲਾਂ ਦੇ ਬਾਗ ਵਿੱਚ ਵੀ ਸੈਰ ਕਰਨ ਲਈ ਜਾਂਦੇ ਸਨ। ਦਵਾਖਾਨੇ ਦਾ ਵੀ ਪ੍ਰਬੰਧ ਸੀ। ਸੰਗਤਾਂ ਵਿੱਚ ਬਿਮਾਰਾਂ ਦਾ ਦਵਾ ਦਾਰੂ ਕੀਤਾ ਜਾਂਦਾ ਸੀ। ਮਰੀਜ਼ਾਂ ਦੇ ਦੁੱਖ ਦੂਰ ਕੀਤੇ ਜਾਂਦੇ ਸਨ। ਸਤਿਗੁਰੂ ਹਰਿਰਾਏ ਸਾਹਿਬ ਜੀ ਬੇਸ਼ੱਕ ਅਜੇ ਬਾਲ ਅਵਸਥਾ ਵਿੱਚ ਸਨ, ਪਰ ਘੋੜਸਵਾਰੀ ਤੇ ਨੇਜੇਬਾਜ਼ੀ ਵਿੱਚ ਉਹਨਾਂ ਨੂੰ ਪੂਰੀ ਮੁਹਾਰਤ ਹਾਸਲ ਸੀ। 7ਵੇਂ ਪਾਤਸ਼ਾਹ ਜਾਨਵਰਾਂ ਤੇ ਪੰਛੀਆਂ ਨੂੰ ਬਹੁਤ ਪਿਆਰ ਕਰਦੇ ਸਨ। ਪੰਛੀਆਂ ਨੂੰ ਹੱਥੀ ਚੋਗਾ ਖਿਲਾਉਂਦੇ ਸਨ। ਸ਼ਾਮ ਦੇ ਨਿਤਨੇਮ ਵਿੱਚ ਸੋਦਰ ਦੇ ਪਾਠ ਵਿੱਚ ਗੁਰੂ ਜੀ ਆਪ ਹਾਜ਼ਰੀ ਭਰਦੇ ਸਨ। ਕੀਰਤਨ ਕਰਨਾ, ਕੀਰਤਨ ਸੁਣਨਾ ਉਹਨਾਂ ਦਾ ਨਿਤਨੇਮ ਬਣ ਚੁੱਕਾ ਸੀ। ਸ਼੍ਰੀ ਕੀਰਤਪੁਰ ਸਾਹਿਬ ਵਿੱਚ ਆਉਣ ਵਾਲੀਆਂ ਸੰਗਤਾਂ ਸਤਿਗੁਰੂ ਹਰਿਰਾਏ ਸਾਹਿਬ ਜੀ ਦੇ ਚਲਾਏ ਇਸ ਨਿਤਨੇਮ ਵਿੱਚ ਪਰਪੱਕ ਹੋ ਗਈਆਂ ਸਨ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਹਰਿਰਾਏ ਸਾਹਿਬ ਜੀ ਦਾ ਰੋਜ਼ ਦਾ ਨਿਤਨੇਮ ਸੀ। ਸੰਗਤਾਂ ਨੂੰ ਬਾਣੀ ਨਾਲ ਜੋੜ ਕੇ ਉਹਨਾਂ ਦੀ ਮੁਕਤੀ ਕਰਦੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।